प्रोग्राम दे विच तुहाडा सारिਆਂ ਦਾ स्वागत है। ਅੱਜ ਅਸੀਂ इस प्रोग्राम दे विच विशेष तौर ते गल करन जा रहे हैं कि देश ਦਾ विकास बनाम पिंडां ਦਾ विकास। गांधी जी ने कहा सी कि साडा देश भारत पिंडां 'ਚ वसदा है और ਇਹ ਗੱਲ ਦੇ ਵਿੱਚ ਕੋਈ ਦੁਹਰਾਵਾਂ ਵੀ ਨਹੀਂ। पूरा भारत ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਉਹਦੀ ਪਹਿਚਾਣ ਇੱਕ ਪੇਂਡੂ ਸੱਭਿਆਚਾਰ ਦੇ ਨਾਲ ਹੁੰਦੀ ਹੈ। ਵੱਡੀ ਗਿਣਤੀ ਜੋ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 70-75% ਤੋਂ ਉੱਪਰ ਤੇ 80% ਦੇ ਨੇੜੇ ਤੇੜੇ ਆਬਾਦੀ ਹਾਲੇ ਵੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ। ਸੋ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤੇ ਜੇਕਰ ਅਸੀਂ ਪੇਂਡੂ ਵਿਕਾਸ ਦੀ ਗੱਲ ਨਹੀਂ ਕਰਦੇ ਤਾਂ ਦੇਸ਼ ਦੇ ਵਿਕਾਸ ਦੀ ਗੱਲ ਕਰਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸੋ ਇਸੇ ਵਿਸ਼ੇ ਤੇ ਗੱਲ ਕਰਨ ਲਈ ਅਸੀਂ ਅੱਜ ਡਾਕਟਰ ਸੁਖਦੇਵ ਸਿੰਘ ਹੋਣਾ ਨੂੰ ਬੁਲਾਇਆ ਜੋ ਕਿ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜੋ ਹੈ ਉੱਥੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਨੇ ਤੇ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਆਪਣੇ 3 ਕਿਤਾਬਾਂ ਲਿਖੀਆਂ ਨੇ, 3-4 ਕਿਤਾਬਾਂ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਬਹੁਤ ਸਾਰੇ ਰਿਸਰਚ ਪੇਪਰ ਨੇ, ਬਹੁਤ ਸਾਰਿਆਂ ਸੈਮੀਨਾਰਸ ਦੇ ਵਿੱਚ ਹਿੱਸਾ ਲੈ ਚੁੱਕੇ ਹੈ ਔਰ ਬਹੁਤ ਹੀ ਡੂੰਘਾਈ ਨਾਲ ਰਿਸਰਚ ਉਹਨਾਂ ਨੇ ਕੀਤੀ ਹੈ ਕਿ ਪਿੰਡਾਂ ਦਾ ਵਿਕਾਸ ਕਿਸ ਢੰਗ ਨਾਲ ਹੋ ਰਿਹਾ ਹੈ, ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਨੇ ਆਜ਼ਾਦੀ ਤੋਂ ਬਾਅਦ ਔਰ ਨਾਲ ਸੁਝਾਅ ਵੀ ਦਿੰਦੇ ਨੇ। ਸੋ ਡਾਕਟਰ ਸਾਹਿਬ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਡਾਕਟਰ ਸਾਹਿਬ ਜਿਵੇਂ ਗੱਲ ਸ਼ੁਰੂਆਤ ਹੀ ਮੈਂ ਕੀਤੀ ਹੈ ਕਿ ਵਿਕਾਸ ਦੇ ਨਾਂ ਦੇ ਉੱਤੇ ਜਿੰਨੀਆਂ ਵੀ ਸਕੀਮਾਂ ਚਾਹੇ ਉਹ ਕੇਂਦਰ ਸਰਕਾਰ ਬਣਾਵੇ ਚਾਹੇ ਰਾਜ ਸਰਕਾਰਾਂ ਬਣਾਉਣ ਜਾਂ ਸਥਾਨਕ ਸਰਕਾਰਾਂ ਜਿਹਦੇ ਵਿੱਚ ਪੰਚਾਇਤਾਂ ਨਗਰ ਪੰਚਾਇਤਾਂ ਆ ਜਾਂਦੀਆਂ ਨੇ ਬਣਾਉਂਦੀਆਂ ਨੇ ਤਾਂ ਉਸ ਦਾ ਜਦੋਂ ਅਸੀਂ 47 ਤੋਂ ਬਾਅਦ ਦਾ ਹੁਣ ਤੱਕ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪਿੰਡਾਂ ਦੇ ਵਿੱਚ ਜਿੰਨਾ ਵਿਕਾਸ ਲੋਕੀ ਚਾਹੁੰਦੇ ਸੀ ਕਿਉਂਕਿ ਸ਼ਹਿਰਾਂ ਦੇ ਮੁਕਾਬਲੇ ਜਦੋਂ ਅਸੀਂ ਵੇਖਦੇ ਹਾਂ ਤਾਂ ਪਿੰਡਾਂ ਦਾ ਉਨਾ ਵਿਕਾਸ ਨਹੀਂ ਹੋ ਸਕਿਆ। ਹਾਲੇ ਵੀ ਵੱਡੇ ਪੱਧਰ 'ਤੇ ਮਹਿਸੂਸ ਕੀਤਾ ਜਾਂਦਾ ਪਰ ਕਿਉਂਕਿ ਤੁਸੀਂ ਬਹੁਤ ਅਧਿਐਨ ਕੀਤਾ ਹੈ ਗਰਾਊਂਡ ਜ਼ੀਰੋ 'ਤੇ ਜਾ ਕੇ ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਮਹਿਸੂਸ ਕੀਤਾ ਜਾਂਦਾ ਹੈ ਕਿ ਸੱਚਮੁੱਚ ਹਾਲੇ ਪਿੰਡਾਂ ਦਾ ਵਿਕਾਸ ਬਹੁਤ ਹੋਣ ਵਾਲਾ ਹੈ ਭਾਵੇਂ ਕਿ ਸਰਕਾਰ ਹਰ ਬਜਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੈਸੇ ਵੀ ਖਰਚ ਕਰਦੀ ਹੈ, ਕਿ ਇਹ ਸੱਚੀ ਹੈ ਗੱਲ ਔਰ ਤੁਹਾਡਾ ਵਿਸ਼ਲੇਸ਼ਣ ਜਿਹੜਾ ਉਹ ਕੀ ਕਹਿੰਦਾ? ਸੋ ਸਭ ਤੋਂ ਪਹਿਲਾਂ ਜਿਹੜੇ ਨਹਿਰੂ ਯੁੱਗ ਵੇਲੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਜਦੋਂ ਸਾਨੂੰ ਨਵੀਂ ਆਜ਼ਾਦੀ ਦਾ ਚਾਅ ਸੀ, ਸਾਨੂੰ ਆਪਣਾ ਇੱਕ ਪੁਨਰ ਨਿਰਮਾਣ ਕਰਨਾ ਸੀ ਦੇਸ਼ ਦਾ, ਉਦੋਂ ਲੋਕਾਂ ਦੇ ਵਿੱਚ ਉਤਸ਼ਾਹ ਇੱਕ ਹੋਰ ਤਰ੍ਹਾਂ ਦਾ ਸੀ ਤੇ ਗੌਰਮੈਂਟਾਂ ਦੇ ਵਿੱਚ ਵੀ ਉਤਸ਼ਾਹ ਹੋਰ ਤਰ੍ਹਾਂ ਦਾ ਸੀ ਤੇ ਉੱਥੋਂ ਹੀ CDP ਜਾਂ ਸਮੁਦਾ ਵਿਕਾਸ ਪ੍ਰੋਗਰਾਮ ਹੋਂਦ 'ਚ ਆਇਆ ਤੇ ਉਹਨੇ ਵੱਡੇ ਲੈਵਲ 'ਤੇ ਦੇਸ਼ ਵਿੱਚ ਇੰਨੇ ਵੱਡੇ ਪੱਧਰ 'ਤੇ ਕਿਸੇ ਕੰਟਰੀ 'ਚ ਇੰਨਾ ਵੱਡਾ ਪੱਧਰ 'ਤੇ ਕੋਈ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਗਿਆ। ਉਸ ਚੀਜ਼ ਨੂੰ ਇਹ ਸੀ ਕਿ ਅਸੀਂ ਜਿਹੜੇ ਪਿੰਡਾਂ ਦੇ ਜਿਹੜੇ ਵਿਕਾਸ ਕਰਨਾ ਹੈ ਜਾਂ ਚੀਜ਼ਾਂ ਸਾਡੀਆਂ ਖਾਮੀਆਂ ਨੇ ਪਿੰਡਾਂ ਦੇ ਵਿੱਚ ਜਾਂ ਸਾਡੇ ਵਿਕਾਸ ਦੇ ਵਿੱਚ ਰੋੜਾ ਬਣਦੇ ਨੇ, ਅਸੀਂ ਆਪਣੀ ਕੁਆਲਿਟੀ ਆਫ ਲਾਈਫ ਜਿਹਨੂੰ ਅਸੀਂ ਜ਼ਿੰਦਗੀ ਦੀ ਆਪਾਂ ਚੰਗੇਰਾਪਣ ਕਹਿੰਦੇ ਹਾਂ ਬਣਾਉਣਾ ਸੀ। ਉਸ ਤੋਂ ਸ਼ੁਰੂਆਤ ਅਸੀਂ ਮੰਨਦੇ ਹਾਂ ਸਮੁਦਾ ਵਿਕਾਸ ਪ੍ਰੋਗਰਾਮ ਤੋਂ ਤੇ ਉਹ ਪ੍ਰੋਗਰਾਮ ਸਰ 2 ਅਕਤੂਬਰ 1952 ਨੂੰ ਚੱਲਿਆ, ਆਪਾਂ ਸਾਰੇ ਜਾਣਦੇ ਹਾਂ ਤੇ ਉਹਦੀ 8-10 ਸਾਲ ਬਾਅਦ ਜਦੋਂ ਮੁਲਾਂਕਣ ਕੀਤਾ ਨਹਿਰੂ ਸਾਹਿਬ ਵੇਲੇ ਤਾਂ ਉਹਦੇ 'ਚੋਂ ਜਿਹੜੇ ਸੋਚੇ ਗਏ ਨਤੀਜੇ ਸੀ ਉਹ ਬਾਹਰ ਨਹੀਂ ਆਏ ਕਿ ਜਿਵੇਂ ਖੇਤੀ ਦਾ ਵਿਕਾਸ ਵੀ ਪੂਰਾ ਨਹੀਂ ਹੋਇਆ ਕਿਉਂਕਿ ਖੇਤੀਬਾੜੀ ਸਾਡਾ ਮੁੱਖ ਧੰਦਾ ਸੀ। ਫਿਰ ਜਿਹੜੇ ਪੁਨਰ ਨਿਰਮਾਣ ਦੇ ਕੰਮ ਸੀ, ਇਮਾਰਤਾਂ ਬਣਾਉਣੀਆਂ ਔਰ ਸੜਕਾਂ ਬਣਾਉਣੀਆਂ, ਡੈਮਸ ਬਣਾਉਣੇ, ਸੜਕਾਂ ਹੋਰ ਕੰਮ ਸੀ ਜਿਹੜੇ ਕੰਸਟਰਕਸ਼ਨ ਵਰਕ ਜਿਹਨੂੰ ਕਹਿ ਲਈਏ ਆਪਾਂ ਬਣਾਉਣੇ ਸੀ ਜੀ। ਤੇ ਜਦੋਂ ਫਿਰ ਨਹਿਰੂ ਸਾਹਿਬ ਨੇ ਦੇਖਿਆ ਕਿ ਅਸੀਂ ਉਹ ਚੀਜ਼ ਨਹੀਂ ਕਰ ਰਹੇ, ਇਹਦੇ ਕਈ ਕਾਰਨ ਸੀ ਵੀ ਕਿਉਂ ਨਹੀਂ ਸਾਡੇ ਆਏ। ਮਤਲਬ ਫਿਰ 1959 ਦੇ ਵਿੱਚ ਇੱਕ ਨਹਿਰੂ ਸਾਹਿਬ ਨੇ ਓਹਾਈਓ ਸਟੇਟ ਯੂਨੀਵਰਸਿਟੀ ਅਮਰੀਕਾ ਤੋਂ ਇੱਕ ਸਾਇੰਟਿਸਟਾਂ ਦੀ ਟੀਮ ਬੁਲਾਈ। ਉਹਨਾਂ ਨੇ ਇੱਕ ਰਿਪੋਰਟ ਦਿੱਤੀ 6 ਮਹੀਨੇ ਸਾਲ ਦੇ ਵਿੱਚ ਕਿ ਇੰਡੀਆਜ਼ ਫੂਡ ਕ੍ਰਾਈਸਿਸ ਐਂਡ ਸਟੈਪ ਟੂ ਮੀਟ ਇਟ ਜੀ। ਉਹਦੇ ਵਿੱਚ ਉਹਨਾਂ ਨੇ ਖਾਮੀਆਂ ਦੱਸੀਆਂ ਕਿ ਪਹਿਲਾਂ ਕਿਹੜੇ ਪ੍ਰੋਗਰਾਮਾਂ ਦੀਆਂ ਖਾਮੀਆਂ ਰਹੀਆਂ ਤੇ ਮਤਲਬ ਕਿ ਉਹ ਅਸੀਂ ਦੁਬਾਰਾ ਕੀ ਕਰ ਸਕਦੇ ਹਾਂ। ਉਸ ਪ੍ਰੋਗਰਾਮ ਨੂੰ ਨਹਿਰੂ ਸਾਹਿਬ ਨੇ ਬੜੀ ਛੇਤੀ ਐਕਸੈਪਟ ਕੀਤਾ ਤੇ ਜਿਹੜੇ ਪਹਿਲੇ ਸਮੁਦਾ ਵਿਕਾਸ ਪ੍ਰੋਗਰਾਮ ਦੀ ਜਿਹੜੀਆਂ ਖਾਮੀਆਂ ਸੀ ਕਿ ਐਡਾ ਵੱਡਾ ਖਲਾਰ ਪੈ ਗਿਆ, ਉਹ ਜਿਹੜੇ ਡਿਜ਼ਾਇਰ ਕੰਮ ਸੀ, ਫਿਰ ਕਰਪਸ਼ਨ ਜਿਹੜਾ ਸਾਰਾ ਅਮਲਾ ਫੈਲਾ ਸੀ ਉਹਦੇ ਵਿੱਚ ਫੈਲਿਆ ਹੋਇਆ, ਜਿਹੜਾ ਸਾਡਾ ਤਿਆਰ ਨਹੀਂ ਸੀ ਅਮਲਾ ਫੈਲਾ ਹੋਇਆ, ਉਸ ਪ੍ਰੋਗਰਾਮਾਂ ਦੀਆਂ ਘਾਟਾਂ ਨੂੰ ਦੂਰ ਕਰਕੇ ਫਿਰ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਨੈਸ਼ਨਲ ਐਕਸਟੈਂਸ਼ਨ ਸਰਵਿਸਿਜ਼ ਸ਼ੁਰੂ ਕੀਤੀਆਂ, ਫਿਰ ਇਸੇ ਦੌਰਾਨ ਹੀ ਪੰਚਾਇਤੀ ਰਾਜ ਦੀ ਸ਼ੁਰੂਆਤ ਵੀ ਹੁੰਦੀ ਹੈ। ਉਹ ਜਿਹੜੀ ਰਿਪੋਰਟ ਆਈ ਜਦੋਂ ਇੰਡੀਆਜ਼ ਫੂਡ ਕ੍ਰਾਈਸਿਸ ਵਾਲੀ, ਉਸ ਤੋਂ ਬਾਅਦ ਫਿਰ ਇੱਕ ਇੰਟੈਂਸਿਵ ਐਗਰੀਕਲਚਰ ਡਿਸਟ੍ਰਿਕਟ ਪ੍ਰੋਗਰਾਮ ਸ਼ੁਰੂ ਕੀਤਾ ਵੜੈਚ ਸਾਹਿਬ ਜੀ,
ਜਿਹਦੇ ਵਿੱਚ ਇਹ ਸੀ ਕਿ ਉਹ ਰਿਪੋਰਟ ਦੀ ਇੱਕ ਰਿਕਮੈਂਡੇਸ਼ਨ ਆਪਾਂ ਕਹਿ ਲਈਏ, ਉਹਨਾਂ ਦੀ ਇੱਕ ਮੱਦ ਸੀ ਕਿ ਤੁਸੀਂ ਜ਼ਿਆਦਾ ਖਿਲਾਰ ਦੀ ਜਗ੍ਹਾ ਤੇ ਥੋੜ੍ਹਾ ਪ੍ਰੋਗਰਾਮ ਇੱਕ ਜ਼ਿਲ੍ਹੇ ਲੈਵਲ ਤੇ ਸ਼ੁਰੂ ਕਰੋ, ਉਹਦੇ ਵਿੱਚ ਤੀਬਰਤਾ ਜਿਹਨੂੰ ਘਣੀ ਖੇਤੀ ਕਹਿੰਦੇ ਆ ਉਹ ਪ੍ਰੋਗਰਾਮ ਸ਼ੁਰੂ ਕਰੋ, ਉਹਦਾ ਵਿਕਾਸ ਕਰੋ ਡਿਸਟ੍ਰਿਕਟ ਦਾ, ਤੇ ਉਹ ਹੌਲੀ ਹੌਲੀ ਦੂਜਾ ਇਲਾਕਾ 'ਚ ਵੀ ਫੈਲ ਜਾਏਗਾ। ਲੁਧਿਆਣਾ ਪੰਜਾਬ 'ਚੋਂ ਲਿਆ ਗਿਆ, ਕਰਨਾਲ ਤੇ ਦੇਸ਼ ਦੇ 7 ਜ਼ਿਲ੍ਹੇ ਲੈ ਗਏ, ਜਿਨ੍ਹਾਂ ਵਿੱਚੋਂ ਇਹ ਵਿਕਾਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਤੇ ਇਹੀ ਪ੍ਰੋਗਰਾਮ ਜਦੋਂ ਸਕਸੈਸ ਹੋਇਆ, ਇਹ ਫਿਰ ਗ੍ਰੀਨ ਰੈਵੋਲੂਸ਼ਨ ਜਾਂ ਹਰੇ ਇਨਕਲਾਬ ਦੀ ਜੜ ਵਜੋਂ ਸਾਬਤ ਹੋਇਆ ਜੀ। ਇਸ ਪ੍ਰੋਗਰਾਮ ਨੂੰ ਫਿਰ ਅੱਗੇ ਕੀਤਾ ਗਿਆ। ਪਹਿਲੇ ਪ੍ਰੋਗਰਾਮ ਤੋਂ ਉਹਨਾਂ ਆਪਾਂ ਨੂੰ ਰਿਜ਼ਲਟ ਜਾਂ ਨਤੀਜਾ ਨਹੀਂ ਮਿਲਿਆ ਜਿੰਨਾ ਕਿ ਸਾਨੂੰ ਮਿਲਣਾ ਚਾਹੀਦਾ ਸੀ। ਫਿਰ ਇਹ IADP ਪ੍ਰੋਗਰਾਮ, ਇੰਟੈਂਸਿਵ ਐਗਰੀਕਲਚਰ ਡਿਸਟ੍ਰਿਕਟ ਪ੍ਰੋਗਰਾਮ, ਜਿਸ ਨੂੰ ਵਧਾ ਕੇ ਫਿਰ ਬਾਅਦ 'ਚ IAAP ਇੰਟੈਂਸਿਵ ਐਗਰੀਕਲਚਰ ਏਰੀਆ ਪ੍ਰੋਗਰਾਮ ਕਰਤਾ ਗਿਆ ਜੀ। ਇਹ ਸਾਰਾ 60-65 ਦੇ ਦਰਮਿਆਨ ਦੀ ਗੱਲਾਂ ਕਰਦੇ ਹਾਂ ਆਪਾਂ ਜੀ। ਉਦੋਂ ਫਿਰ ਇਹ ਸਾਰੇ ਪ੍ਰੋਗਰਾਮਾਂ ਤੋਂ ਇਹ ਐਕਸੈਪਟ ਕੀਤਾ ਗਿਆ, ਤੁਸੀਂ ਮਤਲਬ ਸੋਚਿਆ ਗਿਆ ਕਿ ਇਹ ਪ੍ਰੋਗਰਾਮ ਜਦੋਂ ਲਾਗੂ ਕਰਾਂਗੇ ਤਾਂ ਅਸੀਂ ਮਤਲਬ ਤੁਹਾਨੂੰ ਪਤਾ ਹੈ ਕਿ PL 480 ਦੇ ਅੰਡਰ ਅਨਾਜ ਮਕਾਉਂਦੇ ਸੀ। ਸਾਡੇ ਕੋਲ ਤਾਂ ਅਨਾਜ ਵੀ ਨਹੀਂ ਸੀ, ਏਡਾ ਵੱਡਾ ਵਿਸ਼ਾਲ ਏਰੀਆ ਸਾਡੇ ਕੋਲ ਸੀ, ਇੰਨਾ ਵੱਡੀ ਧਰਤੀ ਸਾਡੇ ਕੋਲ ਪਈ ਹੈ, ਅੱਜ ਵੀ ਪਈ ਹੈ, ਬਟ ਸਾਡੇ ਕੋਲ ਅਨਾਜ ਬਹੁਤ ਸੀਮਤ ਸੀ। 1960 ਸਾਡੇ ਸਾਰਾ 50 ਮਿਲੀਅਨ ਟਨ ਹੁੰਦਾ ਸੀ ਸਾਰਾ ਜੀ, ਜਿਹੜਾ ਅੱਜ ਕੱਲ੍ਹ 284 ਮਿਲੀਅਨ ਟਨ ਤੋਂ ਵੀ ਵੱਧ ਗਿਆ। ਸੋ ਕਹਿੰਦਾ ਕੁਛ ਪਾਰਟਸ ਡਿਵੈਲਪਮੈਂਟ ਹੋਈ ਹੈ, ਪਰ ਕੁਛ ਜੇ ਆਪਾਂ ਡਿਸਕਸ ਕਰਾਂਗੇ। ਸੋ ਉੱਥੋਂ ਜਿਹੜੀ ਗ੍ਰੀਨ ਰੈਵੋਲੂਸ਼ਨ ਦੀ ਜਿਹੜੀ ਸ਼ੁਰੂਆਤ ਹੋਈ, ਉਹ ਅੱਗੇ ਹੌਲੀ ਫਿਰ ਐਗਰੀਕਲਚਰ ਬੇਸਡ ਸਾਰੇ ਪ੍ਰੋਗਰਾਮ ਫਿਕਸ ਹੋ ਗਏ। ਜੀ ਜੀ ਡਾਕਟਰ ਸਾਹਿਬ, ਬਹੁਤ ਵਧੀਆ ਤੁਸੀਂ ਇੱਕ ਲਗਾਤਾਰਤਾ ਦੇ ਵਿੱਚ ਦੱਸਿਆ ਕਿ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਇਸੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਹੁੰਦੀਆਂ ਰਹੀਆਂ ਨੇ। ਜੀ ਜੀ। ਕਦੇ ਪਿੰਡਾਂ ਦੇ ਵਿੱਚ ਇਰੀਗੇਸ਼ਨ ਦੀ ਗੱਲ ਹੁੰਦੀ ਹੈ, ਉਸ ਤੋਂ ਬਾਅਦ ਫਿਰ ਕਿਸਾਨ ਕਾਰਡ ਦੀ ਗੱਲ ਸ਼ੁਰੂ ਹੋ ਰਹੀ ਹੈ। ਜੀ ਜੀ। ਇਸੇ ਤਰ੍ਹਾਂ ਮਸ਼ੀਨਰੀ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਖੇਤੀ ਵਾਸਤੇ ਲਿਆਂਦਾ ਗਿਆ, ਔਰ ਹੁਣ ਅਸੀਂ ਪਿਛਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਪਿੰਡਾਂ ਵਿੱਚ ਰੁਜ਼ਗਾਰ ਗਰੰਟੀ ਸਕੀਮ, ਜਿਹਨੂੰ ਮਨਰੇਗਾ ਕਿਹਾ ਜਾਂਦਾ, ਉਹ ਆਈ ਹੈ। ਸਵੱਛ ਭਾਰਤ ਆਇਆ, ਉਹਦਾ ਬਹੁਤ ਵੱਡਾ ਹਿੱਸਾ ਪਿੰਡਾਂ ਨੂੰ ਜੋ ਹੈ ਉਹ ਫ੍ਰੀ ਕਰਨ ਵਾਸਤੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਟਾਇਲਟਸ ਬਣ ਜਾਣ, ਬੜੇ ਵੱਡੇ ਪੱਧਰ ਤੇ ਜਿਹੜਾ ਉਹ ਸ਼ੁਰੂ ਕੀਤਾ ਗਿਆ। ਜੀ ਜੀ ਜੀ। ਪਰ ਜਦੋਂ ਅਸੀਂ ਵੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਬੜੀ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ, ਹਾਲੇ ਵੀ ਪਿੰਡਾਂ ਦੇ ਵਿੱਚ ਜੋ ਗਰੀਬ ਲੋਕ ਨੇ ਉਹਨਾਂ ਤੱਕ ਉਹ ਸਹੂਲਤਾਂ ਨਹੀਂ ਪਹੁੰਚ ਰਹੀਆਂ ਜੋ ਸਹੂਲਤਾਂ ਸ਼ਹਿਰਾਂ ਵਾਲਿਆਂ ਨੂੰ ਮਿਲ ਰਹੀਆਂ ਨੇ। ਹਾਲਾਂਕਿ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਤਾਂ ਸਾਡੇ ਸਾਹਮਣੇ ਬੜਾ ਕੁਝ ਆਉਂਦਾ ਹੈ, ਬੜੇ ਵੱਡੇ ਪੱਧਰ ਤੇ ਸਰਕਾਰਾਂ ਪੈਸੇ ਖਰਚ ਵੀ ਕਰ ਰਹੀਆਂ ਨੇ। ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਪਹੁੰਚ ਚੁੱਕਿਆ ਹੋਇਆ ਹੈ, ਬਿਜਲੀ ਪਹੁੰਚ ਚੁੱਕੀ ਹੋਈ ਹੈ, ਉੱਥੇ ਗਲੀਆਂ ਨਾਲੀਆਂ ਬਣ ਗਈਆਂ ਨੇ, ਜੀ ਪੰਚਾਇਤਾਂ, ਧਰਮਸ਼ਾਲਾ, ਸਕੂਲ ਵੀ ਬਣ ਗਿਆ। ਪਰ ਕਿਉਂਕਿ ਹਰ ਨਾਗਰਿਕ ਚਾਹੇ ਉਹ ਦੂਰ ਦੁਰਾਡੇ ਰਹਿੰਦਾ, ਚਾਹੇ ਉਹ ਕਰਨਾਟਕਾ ਦੇ ਕਿਸੇ ਦੂਰ ਦੁਰਾਡੇ ਰਹਿੰਦਾ ਜਾਂ ਉਹ ਪੰਜਾਬ ਦੇ ਕਿਸੇ ਪਾਸੇ, ਉਹਦਾ ਦੇਸ਼ ਦੇ ਵਿਕਾਸ ਦੇ ਵਿੱਚ ਉਨਾ ਹੀ ਹੱਕ ਹੈ ਜਿੰਨਾ ਇੱਕ ਸ਼ਹਿਰ ਵਾਲੇ ਜਾਂ ਦਿੱਲੀ ਵਾਲੇ ਦਾ। ਬਿਲਕੁਲ ਜੀ। ਲੇਕਿਨ ਇੱਥੇ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਕਿ ਉਹਨਾਂ ਤੱਕ ਉਹ ਨਹੀਂ ਪਹੁੰਚ ਰਹੀਆਂ। ਤੁਹਾਨੂੰ ਕੀ ਲੱਗਦਾ ਕਿ ਹਾਲੇ ਕਿਹੜੇ ਖੇਤਰ ਨੇ ਜਿਨ੍ਹਾਂ ਵਿੱਚ ਅਸੀਂ ਹਾਲੇ ਪਿੱਛੇ ਰਹਿ ਰਹੇ ਹਾਂ ਤੇ ਉਹਦੇ ਕੀ ਕਾਰਨ ਹੈ? ਨਰੇਗਾ ਆਈਏ ਜਾਂ ਪਿੰਡਾਂ ਦੇ ਹੋਰ ਜਿਹੜੇ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਨੇ ਉੱਥੇ ਕਿਉਂ ਨਹੀਂ ਜਾ ਰਿਹਾ ਕੰਮ? ਮਨਰੇਗਾ ਦੀ ਵਿਸ਼ੇਸ਼ਤਾ ਇਹ ਸੀ ਵੜੈਚ ਸਾਹਿਬ ਕਿ ਇਹਦੇ 'ਚ ਲੀਗਲ ਤੁਹਾਨੂੰ ਗਰੰਟੀ ਹੈ ਪ੍ਰੋਗਰਾਮ ਦੀ ਜੀ, ਕਿ ਇੱਕ ਪਿੰਡੂ ਗਰੀਬ ਹੈ ਜਾਂ ਕੋਈ ਵੀ ਜਿਹੜਾ ਨੀਡੀ ਬੰਦਾ ਹੈ 100 ਦਿਨ ਦਾ, ਇਹਦੇ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਕਿ ਕੋਈ ਕਿਸ ਤਬਕੇ ਨੂੰ ਬਿਲੋਂਗ ਕਰਦਾ ਹੈ। ਜਿਹੜਾ ਵੀ ਨੀਡੀ ਬੰਦਾ ਹੈ ਉਹ ਆਪਣੀ ਇੱਕ ਰਿਕੁਐਸਟ ਦੇਗਾ ਪਿੰਡ ਦੇ ਸਰਪੰਚ ਨੂੰ, ਤੇ ਉਹ ਕਾਰਡ ਬਣਨਗੇ ਉਹਨਾਂ ਦੇ, ਤੇ ਉਹਨਾਂ ਦੇ ਬੇਸ ਤੇ ਉਹਨਾਂ ਨੂੰ 100 ਦਿਨ ਦਾ ਕੰਮ, ਕੋਈ ਵੀ ਪਿੰਡਾਂ ਦੇ ਵਿਕਾਸ ਦਾ, ਕੋਈ ਸਫਾਈ ਦਾ, ਕੋਈ ਛੱਪੜ ਦੀ ਸਫਾਈ ਦਾ, ਕੋਈ ਸੜਕ ਦੀ ਸਫਾਈ ਦਾ, ਕੋਈ ਹੋਰ ਛੋਟੇ ਮੋਟੇ ਕੰਮ। ਹੁਣ ਤੇ ਇੱਥੋਂ ਤੱਕ ਵੀ ਲਾਓ ਕਰਤਾ ਗੌਰਮੈਂਟ ਨੇ ਕਿ ਜੇ ਕਿਸੇ ਪਿੰਡ 'ਚ ਕੰਮ ਨਹੀਂ ਪਰ ਮਨਰੇਗਾ ਦੇ ਅੰਡਰ ਕੰਮ ਦੇਣਾ ਤੇ ਉਹ ਕਿਸੇ ਕਿਸਾਨ ਦੇ ਨਾਲ ਵੀ ਲੱਗ ਕੇ ਕੰਮ ਕਰ ਸਕਦੇ ਨੇ। ਬਟ ਪ੍ਰਸ਼ਨ ਇਹ ਹੈ ਕਿ ਅਜੇ ਵੀ ਉਹ ਚੀਜ਼ ਨਹੀਂ ਪਹੁੰਚ ਰਹੀ ਜਿਹੜੀ ਪਹੁੰਚਣੀ ਚਾਹੀਦੀ ਸੀ। ਜੇ ਆਪਾਂ ਮਨਰੇਗਾ ਦੀ ਐਵਰੇਜ ਲੈ ਲਈਏ ਜੀ, ਐਵਰੇਜ ਦੇ ਵਿੱਚ ਸਾਡੇ ਕੋਲ ਸਾਰਾ 25-30 ਦਿਨ ਦਾ ਆ ਰਿਹਾ ਕੰਮ, ਜਿੱਥੇ 100 ਦਿਨ ਹੋਣਾ ਚਾਹੀਦਾ ਹੈ ਸਾਲ ਦੇ ਵਿੱਚ ਜੀ 100 ਦਿਨ। ਉਹਦੇ ਕਈ ਕਾਰਨ ਨੇ ਕਿ ਉਹ ਗ੍ਰਾਂਟਾਂ ਨਹੀਂ ਰੈਗੂਲਰ ਆਉਂਦੀਆਂ, ਜਾਂ ਪਿੰਡਾਂ ਦੀ ਵੰਡ ਡਿਸਟਰੀਬਿਊਸ਼ਨ ਨਹੀਂ ਠੀਕ ਹੁੰਦੀ, ਜਾਂ ਪਿੰਡਾਂ ਲੈਵਲ ਤੇ ਕਹਿ ਲਓ ਜੀ ਥੋੜ੍ਹਾ ਜਿਹਾ ਦੂਜਾ ਹਿਸਾਬ ਕਿਤਾਬ ਕਰਪਸ਼ਨ ਵਾਲਾ ਵੀ ਫੈਲਿਆ ਹੋਇਆ ਬਹੁਤ, ਕਿ ਆਪਣੇ ਬੰਦੇ ਆਪਣੇ ਆਪ ਨੂੰ ਕੰਮ ਦੇ ਦਿੰਦੇ ਨੇ, ਦੂਜੇ ਬੰਦਿਆਂ ਨੂੰ ਥੋੜ੍ਹਾ ਜਿਹਾ ਪ੍ਰੈਫਰ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਕਿ ਮਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਛੋਟੇ ਕਿਸਾਨ ਨੇ ਜੋ ਉਹਨਾਂ ਦੇ ਵਿੱਚ ਲਿਮਿਟ ਹੈ ਵੀ ਤੁਸੀਂ ਕਿਹੜੇ ਕਿਸਾਨ ਦੇ ਖੇਤ 'ਤੇ ਜਿਹੜਾ ਉਹ ਕੰਮ ਕਰਵਾ ਸਕਦੇ ਹੋ, ਹਾਂਜੀ। ਸੋ ਉਹ ਪੰਜਾਬ ਦੇ ਵਿੱਚ ਸਾਡੇ ਨਹੀਂ ਲਾਗੂ ਹੋਇਆ, ਬਾਕੀ ਸਟੇਟਾਂ ਦੀ ਕੀ ਸਥਿਤੀ ਹੈ? ਹਾਂ, ਬਾਕੀ ਸਟੇਟਾਂ 'ਚ ਸਭ ਤੋਂ ਵੱਧ ਵੜੈਚ ਸਾਹਿਬ ਜਿਹੜੀ ਮਨਰੇਗਾ ਲਾਗੂ ਕਾਮਯਾਬ ਹੈ ਨਾ ਜੀ, ਉਹ ਹੈਗੀ ਰਾਜਸਥਾਨ ਦੇ ਵਿੱਚ ਜੀ। 1-2 ਨਾਰਥ ਈਸਟ ਵਿੱਚ ਸਟੇਟ ਨੇ ਜਿਨ੍ਹਾਂ ਦੇ ਵਿੱਚ 90% ਤੋਂ ਉੱਪਰ ਕਾਮਯਾਬੀ ਗਿਣੀ ਗਈ ਹੈ। ਕਈ ਖੋਜਾਂ ਮਤਲਬ ਕਿ ਦੱਸਦੀਆਂ ਨੇ ਕਿ ਰਾਜਸਥਾਨ
ਤੇ ਇੱਕ ਦੋ ਨਾਰਥ ਈਸਟ ਵਿੱਚ ਸਟੇਟ ਨੇ ਛੋਟੇ, ਜਿਨ੍ਹਾਂ ਦੇ ਵਿੱਚ ਮਨਰੇਗਾ ਬੜੇ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਕੁਛ ਹੱਦ ਤੱਕ ਮੱਧ ਪ੍ਰਦੇਸ਼ ਵੱਲ ਜਿੱਥੇ ਖੁੱਲ੍ਹੇ ਇਲਾਕੇ ਨੇ, ਕਿ ਉਹ ਕਾਰਨ ਹੈ ਕਿ ਆਪਣਾ ਲੈਂਡਲੌਕ ਇਲਾਕਾ ਹੈ ਪੰਜਾਬ ਦਾ, ਇਸ ਕਰਕੇ ਸ਼ਾਇਦ ਆਪਾਂ ਨੂੰ ਕੰਮ ਘੱਟ ਨੇ, ਕੋਈ ਮਸ਼ੀਨਰੀ ਆਪਣੇ ਪਿੰਡ 'ਚ ਪਰ ਆਪਣੇ ਕੋਲੇ ਬਹੁਤ ਛੋਟੇ ਕਿਸਾਨ ਵੀ ਹੈਗੇ ਨੇ, ਉਹਨਾਂ ਦੇ ਖੇਤਾਂ ਦੇ ਵਿੱਚ ਮਜ਼ਦੂਰ ਕੰਮ ਕਰ ਸਕਦਾ ਜੀ। ਇਸੇ ਕਰਕੇ ਗਵਰਨਮੈਂਟ ਨੇ ਲਾਅ ਕਰਤਾ ਜੀ। ਮਤਲਬ ਸਾਡੇ ਉਹ ਕੰਮ ਘੱਟ ਨੇ ਕਿ ਸੜਕਾਂ ਨੂੰ ਹਰ ਟਾਈਮ ਸਫਾਈ ਕਰੀ ਜਾਓ, ਜਾਂ ਛੱਪੜ ਪਿੰਡਾਂ ਦੇ ਬਹੁਤ ਲੋਕਾਂ ਨੇ ਘੱਟ ਹੀ ਕਰਤੇ, ਦੱਬੀ ਗਏ, ਸਾਪੀ ਗਏ, ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਵੋਟਾਂ ਲਈ ਦਬਾ ਦਿੱਤੇ ਜੀ। ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਕੰਮ ਘੱਟ ਨੇ ਮਨਰੇਗਾ ਦੇ ਅੰਡਰ, ਇਸੇ ਕਰਕੇ ਹੀ ਥੋੜਾ ਜਿਹਾ ਕਿਸਾਨਾਂ ਨਾਲ ਉਹਨਾਂ ਨੂੰ ਲਾਤਾ, ਭਾਈ ਤੁਸੀਂ ਇਹਨਾਂ ਦਾ ਵੀ ਕੰਮ ਕਰ ਦੋਗੇ, ਤੁਹਾਨੂੰ ਦਿਹਾੜੀ ਮਿਲ ਜਾਏਗੀ, ਤੁਹਾਡੀ ਜੋ ਡਿਫਾਈਨਡ ਦਿਹਾੜੀ ਹੈ ਤੁਹਾਡੀ ਜਾਂ ਬਣੀ ਗਈ ਹੈ ਉਹ ਤੁਹਾਨੂੰ ਮਿਲੇਗੀ। ਤੇ ਉਹ ਕੰਮ ਸਾਡੇ, ਤੁਹਾਡੀ ਇਹ ਗੱਲ ਠੀਕ ਹੈ ਕਿ ਕੰਮ ਬਹੁਤ ਲਿਮਟਿਡ ਨੇ, ਕਿ ਕੰਮ ਬਹੁਤ ਥੋੜਾ ਹੁੰਦਾ ਹੈ ਉਹਦੇ ਵਿੱਚ, ਤੇ ਕਈ ਵਾਰੀ ਪੈਸੇ ਦੀ ਜਿਹੜੀ ਹੈ ਕਹਿ ਲਓ ਕਿ ਦੁਰਵਰਤੋਂ ਹੁੰਦੀ ਹੈ ਜਾਂ ਵੇਸਟ ਹੁੰਦੀ ਹੈ, ਲੋਕ ਕੰਮ ਨਹੀਂ ਕਰਦੇ। ਸੋ ਇਸ ਕਰਕੇ ਥੋੜੀਆਂ ਸਮੱਸਿਆਵਾਂ ਤੇ ਹੈਗੀਆਂ ਮਨਰੇਗਾ ਦੇ ਅੰਦਰ। ਇਹ ਵੀ ਹੈ ਕਿ ਮਨਰੇਗਾ ਦੇ ਵਿੱਚ ਇਹ ਵੀ ਸਮੱਸਿਆ ਕਿ ਦਿਹਾੜੀ ਘੱਟ ਹੈ, ਦਿਹਾੜੀ ਵੀ ਘੱਟ ਹੈ, ਜੋ ਬਾਜ਼ਾਰ 'ਚ ਉਹਨਾਂ ਨੂੰ ਦਿਹਾੜੀ ਮਿਲਦੀ ਹੈ ਉਹ ਮਨਰੇਗਾ 'ਚ ਨਹੀਂ ਮਿਲ ਰਹੀ। ਉਹ ਪਹਿਲਾਂ ਦੇਖੋ ਜੀ 136 ਰੁਪਏ ਸੀ, ਫਿਰ 200 ਹੋਈ, ਹੁਣ ਥੋੜੀ ਜਿਹੀ 200 ਦੇ ਉੱਪਰ ਕੁਛ ਹੋਈ ਹੈ, 2-2.5 ਘੱਟ ਨੇ ਪੈਸੇ, ਜਦੋਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਮਜ਼ਦੂਰ ਅੱਜ ਕੱਲ 400-450 ਰੁਪਏ 500 ਰੁਪਏ ਤੱਕ ਲੈ ਲੈਂਦਾ ਜੀ। ਸੋ ਮਨਰੇਗਾ ਦੇ ਵਿੱਚ ਮਹਿੰਗਾਈ ਵੀ ਡਾਕਟਰ ਸਾਹਿਬ ਬਹੁਤ ਹੋ ਗਈ ਹੈ, ਖਾਸ ਤੌਰ ਤੇ ਕੋਵਿਡ ਤੋਂ ਬਾਅਦ ਤੇ ਬਹੁਤ ਵੱਡੀ ਮਾਰ ਪਈ ਹੈ ਗਰੀਬਾਂ ਦੇ ਉੱਤੇ। ਬਿਲਕੁਲ ਜੀ, ਬਿਲਕੁਲ ਹਾਂਜੀ। ਬਾਕੀ ਗੱਲ ਰਹੀ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ ਪਿੰਡਾਂ ਵਿੱਚ ਪਾਣੀ ਪਿੰਡਾਂ 'ਚ ਥੋੜ੍ਹਾ ਜਿਹਾ ਪਹੁੰਚ ਰਿਹਾ, ਕਈ ਪਿੰਡਾਂ 'ਚ ਤੇ ਪਹੁੰਚ ਗਿਆ। ਜਿਵੇਂ ਆਪਾਂ ਐਗਜ਼ਾਮਪਲ ਦਿੰਦੇ ਹਾਂ ਚੱਕਰ ਪਿੰਡ ਦੀ, ਮੋਗੇ ਕੋਲ ਜਿਹੜਾ ਹੈਗਾ ਜੀ ਬੜਾ ਇੱਕ ਮਾਡਲ ਪਿੰਡ ਹੈ, ਕਈ ਹੋਰ ਪਿੰਡਾਂ ਦੇ ਵਿੱਚ ਵੀ ਹੈਗਾ ਜਿੱਥੇ ਥੋੜੀ ਕਾਮਯਾਬੀ ਨਾਲ ਸਾਰੇ ਕੰਮ ਚੱਲ ਰਹੇ ਨੇ। ਵੈਸੇ ਵਾਟਰ ਸਪਲਾਈ ਦਾ ਜਿਹੜਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ ਗਏ ਆ, ਪਿੰਡਾਂ ਦੇ ਵਿੱਚ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ, ਆਉਣ ਵਾਲੀਆਂ ਸਕੀਮਾਂ ਵੀ ਜਿਹੜੀਆਂ ਨੇ ਉਹ ਬਣ ਰਹੀਆਂ ਨੇ। ਬਟ ਹਾਂ, ਕੁਝ ਪਿੰਡਾਂ 'ਚ ਸਾਡੀ ਇਹ ਸਮੱਸਿਆ ਨਾ, ਦੇਖੋ ਸਾਡਾ ਗਰਾਊਂਡ ਵਾਟਰ ਥੱਲੇ ਬਹੁਤ ਚਲਾ ਗਿਆ ਬੜਾ ਸਾਹਿਬ। ਇਹ ਕਈ ਪਿੰਡਾਂ ਦੇ ਵਿੱਚ ਟਿਊਬਵੈੱਲ ਜਿਹੜੇ ਨੇ ਉਹ ਕਈ ਵਾਰੀ ਕੰਮ ਨਹੀਂ ਕਰਦੇ, ਕਿਉਂਕਿ ਸਾਡਾ ਜਿਹੜੀ ਐਕਸਟ੍ਰੈਕਸ਼ਨ ਆਫ ਵਾਟਰ ਜਾਂ ਬਾੜਾ ਕੱਢਣੇ ਅਸੀਂ ਪਾਣੀ ਉਹ ਬਹੁਤ ਹਾਈ ਲੈਵਲ ਤੇ ਕੱਢ ਰਹੇ ਹਾਂ, ਤੇ ਕਈ ਪਿੰਡਾਂ ਵਿੱਚ ਜਿਹੜੇ ਸ਼ੈਲੋ ਬੋਰ ਲੱਗੇ ਹੋਏ ਸੀ, ਟਿਊਬਵੈੱਲ ਲੱਗੇ ਹੋਏ ਸੀ, ਉਹ ਕੰਮ ਕਰਨਾ ਬੰਦ ਕਰ ਗਏ, ਫਿਰ ਦੁਬਾਰੇ ਲਗਾਓ ਉਸ ਨੂੰ। ਉਹ ਪ੍ਰਕਿਰਿਆ ਵਿੱਚ ਕਈ ਵਾਰੀ ਪੇਂਡੂ ਲੋਕ ਸਫਰ ਕਰਦੇ ਨੇ। ਉਂਝ ਬਾਈ ਐਂਡ ਲਾਰਜ ਕਹਿ ਲਈਏ ਮੋਟੇ ਤੌਰ ਤੇ ਪਿੰਡਾਂ ਵਿੱਚ ਪਾਣੀ ਸਾਡਾ ਪਹੁੰਚ ਗਿਆ ਸੀ, ਉਹਦੀ ਸਪਲਾਈ ਤੇ ਥੋੜੇ ਕੁਐਸਚਨ ਮਾਰਕ ਹੋ ਸਕਦੇ ਨੇ। ਜਾਂ ਸਾਡੇ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਜੋ ਲੋਕ ਨੇ ਉਹ ਮਜ਼ਦੂਰ ਨੇ, ਅਨੁਸੂਚਿਤ ਜਾਤੀਆਂ ਨਾਲ, ਕਬੀਲਿਆਂ ਨਾਲ, ਬਹੁਤ ਕਮਜ਼ੋਰ ਲੋਕ ਨੇ, ਛੋਟੀਆਂ ਜ਼ਮੀਨਾਂ ਵਾਲੇ ਜਿਹੜੇ ਆ, ਵੱਡੀਆਂ ਜ਼ਮੀਨਾਂ ਵਾਲੇ ਨੇ, ਜਾਂ ਫਿਰ ਛੋਟੇ ਜੋ ਕਿਸਾਨ ਹੈਗੇ ਆ, ਉਹਨਾਂ ਦੀ ਸਮੱਸਿਆ ਹੈਗੀ ਆ ਕਿ ਉਹਨਾਂ ਦੇ ਬੱਚੇ ਇੱਕ ਤੇ ਵਧੀਆ ਸਕੂਲਾਂ 'ਚ ਨਹੀਂ ਪੜ੍ਹ ਸਕਦੇ, ਦੂਸਰੀ ਗੱਲ ਉਹ ਵਧੀਆ ਹਸਪਤਾਲਾਂ 'ਚ ਇਲਾਜ ਨਹੀਂ ਕਰਵਾ ਸਕਦੇ। ਇਹ ਸਭ ਤੋਂ ਵੱਡੀ ਮਾਰ ਹੈ ਕਿ ਜਦੋਂ ਗਰੀਬ ਦਾ ਬੱਚਾ ਪੜ੍ਹ ਕੇ ਅੱਗੇ ਨਹੀਂ ਜਾ ਸਕੇਗਾ ਤੇ ਫਿਰ ਉਹ ਵਿਕਾਸ ਵਿਚਾਰਾ ਕਿਵੇਂ ਕਰੂਗਾ। ਸੋ ਮੈਨੂੰ ਲੱਗਦਾ ਕਿ ਵਿਕਾਸ ਦੀ ਪਰਿਭਾਸ਼ਾ ਸਾਨੂੰ ਉਹਨਾਂ ਗਰੀਬਾਂ ਤੋਂ ਲੈਣੀ ਚਾਹੀਦੀ ਹੈ। ਜੇ ਉਹਨਾਂ ਦਾ ਵਿਕਾਸ ਹੋ ਗਿਆ, ਕਿਉਂਕਿ ਵੱਡੇ ਬੰਦੇ ਕੋਲੇ ਤਾਂ ਰਿਸੋਰਸਿਸ ਸਾਰੇ ਨੇ, ਸੋ ਉਹਨਾਂ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਇਸ ਤੁਹਾਡੇ ਸਰਵੇ ਦੇ ਮੁਤਾਬਕ ਜੋ ਤੁਹਾਡਾ ਸਰਵੇਖਣ ਕੀਤਾ, ਉਹ ਲੋਕਾਂ ਦੀ ਕਿਹੜੇ ਹਾਸ਼ੀਏ ਤੇ ਨੇ, ਕਿੱਥੇ ਕੁ ਖੜੇ ਆ, ਉਹਨਾਂ ਨੂੰ ਕਿੰਨਾ ਕੁ ਵਿਕਾਸ ਦਾ ਹਿੱਸਾ ਮਿਲਿਆ? ਪਿੰਡਾਂ ਦੇ ਤਬਕੇ ਨੇ, ਇਹਨਾਂ ਦਾ ਵਿਕਾਸ ਸੰਭਵ ਤਾਂ ਹੀ ਸੀ ਜੇ ਐਜੂਕੇਸ਼ਨ ਜਾਂ ਵਿੱਦਿਆ ਉਹਨਾਂ ਨੂੰ ਮਿਲੇਗੀ। ਹੁਣ ਵਿੱਦਿਆ ਦਾ ਰਾਹ ਬੰਦ ਹੋਣਾ, ਵਿਕਾਸ ਦਾ ਰਾਹ ਬੰਦ ਹੋਣਾ। ਜਿਨ੍ਹਾਂ ਸਮਾਜਾਂ ਨੇ, ਭਾਵੇਂ ਉਹ ਜਾਪਾਨ ਹੈ, ਫਰਾਂਸ ਹੈ, ਜਰਮਨ ਹੈ, ਦੂਜੇ ਨੇ ਅਮਰੀਕਾ ਹੈ, ਉਹਨਾਂ ਨੇ ਆਪਣੀ ਵਿੱਦਿਆ, ਖਾਸ ਕਰਕੇ ਪ੍ਰਾਇਮਰੀ ਵਿੱਦਿਆ ਨੂੰ ਬਹੁਤ ਸਟ੍ਰੈਸ ਕੀਤਾ। ਉਹਨਾਂ ਨੇ ਆਪਣੀ ਵਿੱਦਿਆ ਨੂੰ ਕਿਹਾ ਵੀ ਬੱਚੇ ਜੇ ਪੜ੍ਹਨਗੇ ਸਾਡਾ ਇਹ ਐਸੈਟ ਨੇ, ਸਾਡੀ ਇਹ ਤਾਂ ਸੰਪਤੀ ਹੈ। ਕਦੇ ਕਿਹਾ ਜਾਂਦਾ ਹੈ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਜਾਪਾਨ ਤਹਿਸ਼-ਨਹਿਸ਼ ਹੋ ਗਿਆ ਸੀ, ਉਹਨਾਂ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਸੀ ਕਿ ਅਸੀਂ ਵਿੱਦਿਆ ਨੂੰ ਦਈਏ ਬੱਚਿਆਂ ਨੂੰ, ਕਿ ਅਸੀਂ ਫਿਰ ਖੜੇ ਹੋ ਜਾਈਏ ਤੇ ਅੱਜ ਫਿਰ ਸੁਪਰ ਪਾਵਰ ਹੈ ਇੱਕ ਤਰ੍ਹਾਂ ਦੀ, ਜਾਪਾਨ ਫਿਰ ਦੁਬਾਰਾ ਬਣ ਗਏ। ਸੋ ਆਪਾਂ ਉੱਥੇ ਆਈਏ ਵਿਕਾਸ ਦੇ ਕੰਮਾਂ ਦੇ ਉੱਪਰ। ਜਿਹੜੇ ਸਿਹਤ ਸਹੂਲਤਾਂ ਸੀ ਜੀ, ਬਿਮਾਰੀਆਂ ਦਾ ਫੈਲਾਅ ਬਹੁਤ ਹੈ ਜੀ। ਮੇਰੇ ਇੱਕ ਸਟੂਡੈਂਟ ਨੇ ਕੰਮ ਕੀਤਾ ਸੀ PhD ਦੇ ਉੱਪਰ ਕਿ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ ਜਾਂ ਡਿਜ਼ੀਜ਼ ਦੀ ਸਪਰੈਡ ਹੈ ਕਿੰਨੀ ਕੁ ਹੈ। ਤੁਸੀਂ ਪੜ੍ਹ ਕੇ ਹੈਰਾਨ ਹੋ ਗਏ ਡਾਟਾ ਕਿ ਇੰਨੇ ਲੋਕਾਂ ਨੂੰ ਕੈਂਸਰ ਫੈਲ ਰਿਹਾ ਹੈ, ਪੇਟ ਦੀਆਂ ਬਿਮਾਰੀਆਂ, ਦਿਮਾਗ ਦੀਆਂ ਬਿਮਾਰੀਆਂ, ਮਤਲਬ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਇੰਨਾ ਸਪਰੈਡ ਹੈ, ਘਣਾ ਹੋਇਆ ਪਿਆ ਕਿ ਇਸ ਨੂੰ ਬਚਾਉਣ ਲਈ ਜਿਹੜਾ ਸਾਡਾ ਸਪੋਰਟ ਸਿਸਟਮ ਸੀ, ਜਾਂ ਕੋਈ ਡਿਸਪੈਂਸਰੀਆਂ ਸੀ, ਜਾਂ PHC ਸੀ, ਛੋਟੇ ਹਸਪਤਾਲ ਸੀ, ਉਹ ਸਰਕਾਰੀ ਤੌਰ ਤੇ ਕਹਿ ਲਓ ਕਿ ਡਿਫੰਕਟ ਹੋ ਗਏ ਜਾਂ ਕੰਮ ਨਹੀਂ ਕਰ ਰਹੇ, ਜਿਨ੍ਹਾਂ ਕਰਕੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਣਾ ਪੈਂਦਾ ਹੈ। ਉੱਧਰੋਂ ਵੀ ਲੁੱਟ ਪੈ ਰਹੀ ਹੈ। ਜਿਹੜਾ ਆਮ ਸਰਕਾਰੀ ਹਸਪਤਾਲ 'ਚ ਟੈਸਟ ਹੈ 200 ਦਾ ਹੋ ਜਾਂਦਾ ਸੀ, ਬਾਹਰ 2-2 ਹਜ਼ਾਰ ਰੁਪਏ ਦਾ, 4-4 ਹਜ਼ਾਰ ਰੁਪਏ ਦਾ ਹੁੰਦਾ ਜੀ। ਸੋ ਅਨਨੈਸੈਸਰੀ ਜਿਹੜੀਆਂ ਮਹਿੰਗਾਈ ਵਧਾਤੀ। ਪੇਂਡੂ ਜਿਹੜੇ, ਮੇਰੇ ਇੱਕ ਸਟੂਡੈਂਟ ਨੇ ਸਰਵੇ ਕੀਤਾ ਸੀ ਕਿ ਜਿਹੜੀ ਪ੍ਰਾਈਵੇਟ ਸੈਕਟਰ ਦੀ ਐਜੂਕੇਸ਼ਨ ਹੈ, ਤੇ ਕਿਸਾਨਾਂ ਦਾ 50% ਹਿੱਸਾ, ਨੇੜੇ ਤੇੜੇ 50%, ਉਹ
ਜਿਹੜੀ ਵਿੱਦਿਆ ਮਹਿੰਗੀ ਇੰਗਲਿਸ਼ ਸਪੀਕਿੰਗ ਉਹਨਾਂ ਚਲਾ ਜਾਂਦਾ ਜੀ। ਐਸੇ ਤਰ੍ਹਾਂ ਹੀ ਜਿਹੜੀ ਮਤਲਬ ਕਿ ਮੈਡੀਕਲ ਸਹੂਲਤਾਂ ਨੇ, ਇਹ ਵੀ ਕਿਸਾਨ ਦਾ ਇੱਕ 30 ਤੋਂ 40% ਹਿੱਸਾ ਐਵਰੇਜ ਕੱਢੀ ਅਸੀਂ ਜੀ, ਉਹ ਮੈਡੀਕਲ ਦੇ ਵਿੱਚ ਚਲਾ ਜਾਂਦਾ ਜੀ। ਤੁਸੀਂ ਜਸਟ ਇਹ ਸੋਚ ਕੇ ਦੇਖੋ ਕਿ ਇੱਕ ਸਿਹਤ ਅਤੇ ਸਿੱਖਿਆ ਜਿਹੜੀ ਹੈ ਉਹ ਕਿਸਾਨਾਂ ਦਾ, ਗਰੀਬਾਂ ਦਾ, ਹੋਰ ਆਮ ਜਿਹੜੇ ਲੋਕਾਂ ਦਾ ਇੱਕ ਵੱਡਾ ਆਮਦਨ ਦਾ ਭਾਗ ਜਿਹੜਾ ਹੈ, ਜਿਹੜਾ ਉਹਨਾਂ ਨੇ ਆਪਣੇ ਵਿਕਾਸ ਤੇ ਲਾਣਾ ਸੀ, ਉਹ ਦੂਜੇ ਕੰਮਾਂ 'ਚ ਜਾਂ ਬਿਮਾਰੀ 'ਚ ਨਿਕਲ ਗਿਆ ਜਾਂ ਮਹਿੰਗੀ ਸਿੱਖਿਆ 'ਚ। ਡਾਕਟਰ ਸਾਹਿਬ, ਇੱਥੇ ਤੁਸੀਂ ਗੱਲ ਕੀਤੀ ਹੈ ਇਸ ਬਿਮਾਰੀਆਂ ਦੀ ਤੇ ਪੜ੍ਹਾਈ ਵਾਲੀ ਤੇ ਸਾਰੀ ਗੱਲ ਜੀ। ਜੇ ਮੈਂ ਮਹਿਸੂਸ ਕਰਦਾ, ਸ਼ਾਇਦ ਸਾਡੇ ਦਰਸ਼ਕ ਵੀ ਸਾਡੇ ਨਾਲ ਸਹਿਮਤ ਹੋਣਗੇ ਜੀ ਜੀ, ਕਿ ਜੇ ਸਰਕਾਰ ਇਹ ਕਹਿੰਦੀ ਹੈ ਕਿ ਪਿੰਡਾਂ ਦੀਆਂ ਨਾਲੀਆਂ ਬਣ ਜਾਣੀਆਂ, ਤੁਹਾਨੂੰ ਪਾਣੀ ਆ ਜਾਣਾ, ਤੁਹਾਡੇ ਘਰੇ ਬਿਜਲੀ ਆ ਜਾਣੀ, ਜਾਂ ਤੁਹਾਡੇ ਪਿੰਡ 'ਚ ਹਸਪਤਾਲ ਬਣ ਜਾਣਾ ਜਾਂ ਸਕੂਲ ਬਣ ਜਾਣਾ, ਇਹਨੂੰ ਉਹ ਵਿਕਾਸ ਕਹਿੰਦੇ ਆ। ਮੈਨੂੰ ਲੱਗਦਾ ਇਹ ਵਿਕਾਸ ਨਹੀਂ ਹੈਗਾ, ਇਹ ਤਾਂ ਸਾਡੀਆਂ ਜ਼ਰੂਰਤਾਂ ਨੇ, ਇਹ ਤਾਂ ਸਾਡੀਆਂ ਲੋੜਾਂ ਨੇ। ਵਿਕਾਸ ਤਾਂ ਹੈ ਡਾਕਟਰ ਸਾਹਿਬ, ਜੇਕਰ ਮੇਰੇ ਪਿੰਡ ਦਾ ਇੱਕ ਗਰੀਬ ਬੰਦਾ ਜੋ ਪਹਿਲਾਂ ਕਿਸੇ ਕਿਸਾਨ ਦੇ ਨਾਲ ਸੀਰੀ ਸੀ ਤੇ ਹੁਣ ਉਹਦਾ ਮੁੰਡਾ ਜੋ ਹੈ ਅੱਗੇ ਘੱਟੋ ਘੱਟ ਉਹ ਸੀਰੀ ਨਾ ਹੋਵੇ, ਜਾਂ ਤੇ ਉਹ ਆਪਣਾ ਕੰਮ ਕਰਦਾ ਹੋਵੇ ਜਾਂ ਆਪਣੀ ਦੁਕਾਨ ਕਰਦਾ ਹੋਵੇ, ਕੋਈ ਨੌਕਰੀ ਲੱਗ ਗਿਆ ਹੋਵੇ, ਕੋਈ ਬਿਜ਼ਨਸ ਕਰ ਲਿਆ ਹੋਵੇ, ਜਾਂ ਉਹ ਕਿਸੇ ਉਸ ਲੈਵਲ ਤੋਂ ਉੱਠ ਜੇ, ਉਹ ਵਿਕਾਸ। ਜੇ ਉਸ ਇਨਸਾਨ ਦਾ ਅੱਗੋਂ ਬੱਚਾ ਫਿਰ ਸੀਰੀ ਹੈ, ਅੱਗੋਂ ਉਹਦਾ ਪੋਤਰਾ ਸੀਰੀ ਹੈ, ਤੇ ਫਿਰ ਵਿਕਾਸ ਨਹੀਂ। ਭਾਵੇਂ ਉਸ ਪਿੰਡ ਦੇ ਵਿੱਚ ਲੱਖ ਛੱਪੜ ਪੱਕੇ ਹੋ ਗਏ ਹੋਣ, ਚਾਹੇ ਉੱਥੇ ਹਸਪਤਾਲ ਆ ਗਏ ਹੋਣ, ਪਰ ਜੇ ਉਸ ਇਨਸਾਨ ਦੀ ਆਰਥਿਕ ਸਥਿਤੀ ਨਹੀਂ ਬਦਲੀ ਤੇ ਇਹ ਵਿਕਾਸ ਨਹੀਂ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਨਹੀਂ? ਕਿਉਂਕਿ ਵਿਕਾਸ ਤੇ ਲੋੜਾਂ ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਕਿਉਂਕਿ ਦੇਖੋ, ਇਹਦੇ 'ਚ ਮੈਂ ਇੱਕ ਵੱਡੇ ਲੈਵਲ ਦੇਖਦਾ, ਸਾਡੀ ਲੀਡਰਸ਼ਿਪ ਤੇ ਸਾਡੇ ਸਮਾਜ ਦੀ ਜਿਹੜੀ ਸੋਚ ਹੈ ਨਾ ਜੀ, ਉਹ ਤਰੱਕੀ ਨਹੀਂ ਕਰ ਰਹੀ। ਵਿਕਟਰ ਬਰਾੜ ਸਾਹਿਬ, ਸਾਡੀ ਸੋਚ ਬਹੁਤ ਹੀ ਇੱਕ ਕਹਿ ਲਓ ਕਿ ਸਿਆਸੀ ਕਾਰਨਾਂ ਕਰਕੇ, ਜਾਂ ਇੱਕ ਜਿਵੇਂ ਸਾਈਕੋਲੋਜੀ 'ਚ ਕਹਿੰਦੇ ਕੰਡੀਸ਼ਨ ਕਰਤੀ ਸੋਚ, ਕਿ ਬਸ ਉੱਪਰਲਿਆਂ ਨੂੰ ਖੁਸ਼ ਕਰ ਦਿਓ, ਵੋਟ ਬੈਂਕ ਮੰਗੋ। ਕੋਈ ਜਿਹੜੀ ਸੋਚ ਹੈ ਲੀਡਰਸ਼ਿਪ ਦੀ, ਉਹ ਤਰੱਕੀ ਨਹੀਂ ਕਰ ਰਹੀ। ਜੇ ਸਾਡੀ ਸੋਚ ਨਹੀਂ ਹੈਗੀ ਤਾਂ ਅਸੀਂ ਦੂਜੇ ਕੰਮ ਵੱਲ ਕਿਉਂ ਪਾਵਾਂਗੇ? ਜੇ ਸਾਡੇ ਨਾਲੀਆਂ ਬਣੀਆਂ ਹੋਈਆਂ, ਪਿੰਡਾਂ ਦੀਆਂ ਗਲੀਆਂ ਬਣੀਆਂ ਹੋਈਆਂ ਨੇ, ਤੇ ਅਸੀਂ ਛੋਟਾ ਮੋਟਾ ਕੋਈ ਕਾਰਖਾਨਾ ਆਪਣੇ ਕਿਉਂ ਨਹੀਂ ਲਿਆ ਸਕਦੇ? ਜਿਵੇਂ ਤੁਸੀਂ ਗੱਲ ਕਰਦੇ ਹੋ, ਉੱਥੇ ਗਰੀਬ ਦੇ ਬੱਚੇ ਭਰਤੀ ਹੋਣ, ਐਗਰੋ ਬੇਸਡ ਇੰਡਸਟਰੀ ਹੋਵੇ ਸਾਡੇ, ਕੋਈ NGOs ਬਣ ਜਾਣ, ਕੋਈ ਉੱਥੇ ਹੋਰ ਅਸੀਂ ਹਿੰਮਤ ਕਰੀਏ, ਪ੍ਰੋਜੈਕਟ ਬਣਾ ਕੇ ਦਈਏ ਕਿਸੇ ਨੂੰ। ਉਹ ਹੈਲਪ ਲੈ ਸਕਦੀਆਂ, ਵੱਖ-ਵੱਖ ਡਿਪਾਰਟਮੈਂਟ ਬਣੇ ਨੇ, ਉਹ ਪ੍ਰੋਜੈਕਟ ਬਣਾ ਕੇ ਦੇਣ ਉਹਨਾਂ ਦੇ ਪਿੰਡਾਂ ਦੇ ਵਿੱਚ, ਉਹਨਾਂ ਦੇ ਆਊਟਰ ਦੇ ਉੱਪਰ ਨਿੱਕੇ ਨਿੱਕੇ ਯੂਨਿਟ ਲੱਗ ਸਕਦੇ ਨੇ, ਜਿੱਥੋਂ ਉਹ ਆਰਥਿਕ ਆਪਣਾ ਵਿਕਾਸ ਕਰਕੇ ਉੱਥੋਂ ਰੈਗੂਲਰ ਇਨਕਮ ਕਮਾ ਸਕਦੇ ਨੇ। ਤੇ ਰੈਗੂਲਰ ਇਨਕਮ ਹੋਏਗੀ ਤਾਂ ਹੀ ਬੰਦਾ ਪੜ੍ਹੇਗਾ, ਤਾਂ ਹੀ ਕੋਈ ਸਿਹਤ ਚੰਗੀ ਹੋਏਗੀ। ਜਦੋਂ ਇਰਰੈਗੂਲੈਰਿਟੀ ਆਫ ਦਾ ਇਨਕਮ, ਜੋ ਸਾਡੇ ਉਹ 'ਚ ਇੱਕ ਲਗਾਤਾਰਤਾ ਨਹੀਂ ਬਣਦੀ, ਥੋੜ੍ਹੇ ਥੋੜ੍ਹੇ ਪੈਸੇ ਮਿਲਣੇ ਜਾਂ ਸੀਰੀ ਲੱਗ ਗਿਆ ਜਿਵੇਂ ਤੁਸੀਂ ਕਹਿੰਦੇ ਹੋ, ਤੇ ਉਹ ਫਿਰ ਉਹਨਾਂ ਚਿਰ ਵਿਕਾਸ ਨਹੀਂ ਹੋਏਗਾ ਜਿੰਨਾ ਚਿਰ ਉਹ ਲੜੀ ਟੁੱਟਦੀ ਨਹੀਂ, ਜਾਂ ਪਿੰਡਾਂ ਦੇ ਵਿਕਾਸ ਦੇ ਵਿੱਚ ਆਰਥਿਕਤਾ ਦਾ ਇੱਕ ਵੱਡਾ ਰੋਲ ਨਹੀਂ ਆਉਂਦਾ। ਉਹ ਸਾਡਾ, ਮੈਂ ਤੁਹਾਨੂੰ ਕਹਾਂਗਾ, ਤੇ ਕਈ ਕਾਰਨ ਨੇ, ਰਾਜਨੀਤਿਕ ਕਾਰਨ ਕਰਕੇ। ਕਈ ਵਾਰੀ ਜਾ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਕਹਿ ਦਿੰਦੇ ਨੇ ਕਾਗਜ਼ਾਂ ਦੇ ਵਿੱਚ ਵੀ ਅਸੀਂ ਆਹ ਕਰਤਾ ਪਿੰਡਾਂ ਵਾਸਤੇ, ਆਹ ਕਰਤਾ, ਬਟ ਐਕਚੁਅਲੀ ਉਹ ਰੋਲ ਉਨਾ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਪਿੰਡਾਂ ਦੇ ਵਿਕਾਸ ਦੇ ਲਈ। ਤੁਹਾਡੀ ਗੱਲ ਦੇ ਨਾਲ ਮੈਂ ਇਹੀ ਵੱਡੀ ਕਰਦਾ ਜੀ ਕਿ ਅਸੀਂ ਬਹੁਤਾ ਕਈ ਵਾਰੀ ਦੋਸ਼ ਹੈ ਨਾ ਉਹ ਸਾਡੇ ਲੀਡਰਾਂ ਤੇ ਲਾ ਦਿੰਦੇ ਆ, ਸਾਡੀ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਤੇ, ਕਿ ਜੀ ਤੁਸੀਂ ਜੋ ਹੈ ਉਹ ਕਰਨ ਵਿਕਾਸ ਦੇ ਵਿੱਚ ਜੋ ਹੈ ਉਹ ਨਹੀਂ ਸੋਚਦੇ। ਮੈਨੂੰ ਲੱਗਦਾ ਬਹੁਤ ਵੱਡਾ ਰੋਲ ਜੋ ਹੈ ਨਾ ਉਹ ਲੋਕਾਂ ਦਾ ਵੀ ਹੈ, ਜਿਹੜੇ ਵੋਟਰ ਨੇ, ਜਿਹੜੇ ਨਾਗਰਿਕ ਨੇ। ਕਿਉਂਕਿ ਜੇ ਨਾਗਰਿਕ ਸੁਚੇਤ ਹੋਏਗਾ, ਕਿਉਂਕਿ ਅਸੀਂ ਆਪਣੇ ਲੀਡਰਾਂ ਨੂੰ ਸਵਾਲ ਹੀ ਨਹੀਂ ਕਰਦੇ, ਅਸੀਂ ਉਹਨਾਂ ਨੂੰ ਕਦੇ ਵੋਟਾਂ ਦੇ ਦਿੰਦੇ ਆ, ਔਰ ਵੋਟ ਤੋਂ ਬਾਅਦ ਅਸੀਂ ਕਦੇ ਪੁੱਛਦੇ ਨਹੀਂ ਉਹਨਾਂ ਨੂੰ ਕਿ ਜੀ ਤੁਸੀਂ 5 ਸਾਲ ਹੋ ਗਏ ਮੰਤਰੀ ਬਣਿਆ ਨੂੰ, ਜਾਂ MLA ਬਣਿਆ ਨੂੰ, ਜਾਂ ਮੈਂਬਰ ਪਾਰਲੀਮੈਂਟ ਨੂੰ, ਤੁਸੀਂ ਸਾਡੇ ਪਿੰਡ ਤੱਕ ਕਦੇ ਆਏ ਨਹੀਂ, ਜਾਂ ਮੇਰੇ ਪਿੰਡ ਦਾ ਹਸਪਤਾਲ ਕਿਉਂ ਨਹੀਂ ਬਣਿਆ, ਡਿਸਪੈਂਸਰੀ ਦੇ ਵਿੱਚ ਦਵਾਈਆਂ ਨਹੀਂ ਆ ਰਹੀਆਂ, ਸਾਡੇ ਸਕੂਲ ਦੇ ਵਿੱਚ ਮਾਸਟਰ ਨਹੀਂ ਹੈਗਾ, ਜਾਂ ਸਾਡੇ ਪਿੰਡ ਦੇ ਬਿਜਲੀ ਨਹੀਂ ਆ ਰਹੀ, ਜਾਂ ਸਾਡੇ ਪਿੰਡ ਦਾ ਸੀਵਰੇਜ ਨਹੀਂ ਹਾਲੇ ਤੱਕ ਤੁਸੀਂ ਬਣਵਾ ਸਕੇ। ਅਸੀਂ ਸਵਾਲ ਨਹੀਂ ਕਰਦੇ। ਜਿੰਨਾ ਚਿਰ ਅਸੀਂ ਸਵਾਲ ਨਹੀਂ ਕਰਦੇ, ਉਹਨਾਂ ਚਿਰ ਮੈਨੂੰ ਲੱਗਦਾ ਡਾਕਟਰ ਸਾਹਿਬ, ਇਹ ਜੋ ਸਾਡੇ ਲੀਡਰ ਨੇ ਨਾ, ਇਹ ਬਹੁਤ ਸਦੀਆਂ ਤੋਂ ਇਹਨਾਂ ਦੀ ਮਾਨਸਿਕਤਾ ਦੀ ਕੰਡੀਸ਼ਨਿੰਗ ਹੋਈ ਆ ਕਿ ਇਹ ਕਹਿੰਦੇ ਆ ਵੀ ਬਸ ਇਹਨਾਂ ਨੂੰ ਥੋੜਾ ਬਹੁਤਾ ਧਰਮਸ਼ਾਲਾ ਦੀ ਗ੍ਰਾਂਟ ਦੇ ਦਿਓ, ਇਹਨਾਂ ਨੂੰ ਥੋੜਾ ਬਹੁਤਾ ਨਾਲੀਆਂ ਪੱਕੀਆਂ ਕਰਨ ਲਈ ਕਹਿ ਦਿਓ ਵੀ ਅਗਲੀ ਵਾਰ ਤੁਹਾਡੀਆਂ ਨਾਲੀਆਂ ਪੱਕੀਆਂ ਹੋ ਜਾਣਗੀਆਂ, ਵੋਟਾਂ ਪਾ ਦਿਓ। ਅਗਲੀ ਵਾਰ ਫਿਰ 5 ਸਾਲਾਂ ਬਾਅਦ ਹੀ ਆਉਂਦੇ ਜਦੋਂ ਵੋਟਾਂ ਆਉਣੀਆਂ ਹੁੰਦੀਆਂ ਨੇ, ਔਰ ਲੋਕ ਵਿਚਾਰੇ ਤਰਸਦੇ ਰਹਿੰਦੇ ਆਪਣੇ MLA MP ਦੇ ਘਰ ਜਾ ਕੇ ਮਿਲਣ ਵਾਸਤੇ, ਉਹਨਾਂ ਨੂੰ ਬਾਹਰ ਬੈਠਣਾ ਪੈਂਦਾ। ਔਰ ਕਈ ਵਾਰੀ ਇੰਝ ਹੁੰਦਾ ਕਿ ਜੀ ਮੰਤਰੀ ਜੀ ਜਾਂ MLA MP ਸਾਹਿਬ ਨਾ,
ਉਹ ਚਲੇ ਗਏ, ਹੁਣ ਨਹੀਂ ਮਿਲਣਗੇ ਜੀ, ਉਹ ਕੱਲ ਨੂੰ ਮਿਲਣਗੇ। ਤੇ ਪਿੰਡਾਂ ਵਾਲੇ ਵਿਚਾਰੇ ਫਿਰ ਚੰਡੀਗੜ੍ਹ ਦੇ ਧੱਕੇ ਖਾਂਦੇ ਫਿਰਦੇ ਆ, ਉੱਥੇ ਵੀ ਨਹੀਂ ਮਿਲਦੇ। ਉਹਨਾਂ ਦਾ ਲੋਕਾਂ ਵੱਲੋਂ ਜਾਗਰੂਕਤਾ ਜਿਹੜੀ ਹੈ ਡਾਕਟਰ ਸਾਹਿਬ, ਇਹਦੇ ਬਾਰੇ ਕੀ ਲੱਗਦਾ ਕਿ ਲੋਕ ਕਿਵੇਂ ਉੱਠਣ ਤਾਂ ਕਿ ਲੋਕ ਮਜਬੂਰ ਹੋਣ ਜੀ 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 ਇੱਧਰ ਪਾਸੇ ਆਉਣ ਦੇ ਕਿ ਹੁਣ ਲੋਕਾਂ ਦਾ ਵਿਕਾਸ ਸਾਨੂੰ ਉੱਥੇ ਖਰਚਾ ਕਰਨੇ ਪੈਣੇ ਆ? ਬਿਲਕੁਲ, ਬਹੁਤ ਦਰੁਸਤ ਸਵਾਲ ਕੀਤਾ ਤੁਸੀਂ ਆਪਣਾ ਵੜੈਚ ਸਾਹਿਬ, ਕਿ ਸਾਡੀ ਅਵੇਅਰਨੈਸ ਜਾਂ ਚੇਤਨਾ, ਜਨ ਚੇਤਨਾ ਸਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਆ ਰਹੀ। ਇੱਕ ਅੰਮ੍ਰਿਤਾ ਪ੍ਰੀਤਮ ਦਾ ਇੱਕ ਹੈ ਨਾ ਸਟੈਂਜਾ ਸ਼ੇਰ ਜੀ, ਕਿ ਕੈਦੋਂ ਸਮੇਂ ਦੇ ਹੋਰ ਵੀ ਹੋਏ ਡਾਢੇ ਤੇ ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ ਜੀ। ਸਾਡੇ ਰਾਜਨੀਤਿਕ ਪਾਰਟੀਆਂ ਦੇ ਉੱਪਰ ਇਹ ਲਾਗੂ ਹੁੰਦਾ ਹੈ ਕਿ ਇਹਨਾਂ ਨੇ ਆਪਣੇ ਆਪ ਇੰਨਾ ਮਜ਼ਬੂਤ ਕਰ ਲਿਆ, ਤਕੜਾ ਕਰ ਲਿਆ, ਇਹਨਾਂ ਦਾ ਗਲਬਾ ਇੰਨਾ ਤਕੜਾ ਹੈ ਕਿ ਇਹ ਗਰੀਬ ਦੀ ਵਾਇਸ ਨੂੰ ਸੁਣਨਾ ਨਹੀਂ ਚਾਹੁੰਦੇ। ਇੱਕ ਵਾਰ ਤੁਸੀਂ ਦੇਖ ਲਓ ਨਾ, ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਕੰਪੈਰੀਜ਼ਨ ਕਰ ਲਓ, ਅਮਰੀਕਾ 'ਚ ਇੱਕ ਛੋਟਾ ਜਿਹਾ ਬੱਚਾ ਵੀ ਪ੍ਰੈਜ਼ੀਡੈਂਟ ਨੂੰ ਕੁਐਸਚਨ ਕਰ ਸਕਦਾ, ਸਿੱਖਿਆ ਮੰਤਰੀ ਨੂੰ ਕੁਐਸਚਨ ਕਰ ਸਕਦਾ ਕਿ ਵਾਟ ਆਰ ਯੂ ਡੂਇੰਗ ਫਾਰ ਅਸ, ਜਾਂ ਤੁਸੀਂ ਕੀ ਕਰ ਰਹੇ ਹੋ ਸਾਡੇ ਲਈ। ਸਾਡੇ ਸਮਾਜ 'ਚ ਇੱਕ ਵਾਰੀ ਉਹ ਚੁਣੇ ਗਏ ਬੰਦੇ ਨੇ, ਭਾਵੇਂ ਸਰਪੰਚ ਚੁਣਿਆ ਗਿਆ, ਜ਼ਿਲ੍ਹਾ ਪ੍ਰੀਸ਼ਦ, MLA, MP, ਤੁਸੀਂ ਆਪ ਦੱਸਿਆ ਕਿ ਉਹਨਾਂ ਨੂੰ ਮਿਲਣਾ ਹੀ ਕਿੰਨਾ ਔਖਾ ਹੋ ਜਾਂਦਾ ਹੈ। ਜਾਂ ਤਾਂ ਕਹਿ ਲਓ ਸਾਡੇ 'ਚ ਆਉਣ ਵਾਲੇ ਸਮੇਂ 'ਚ ਕਈ ਪਿੰਡਾਂ 'ਚ ਹੁਣ ਨਵੀਂ ਪੀੜ੍ਹੀ ਆ ਰਹੀ ਹੈ, ਕੁਛ ਰੌਸ਼ਨੀ, ਕਹਿੰਦੇ ਨੇ ਕੋਈ ਬੂਟ ਹਰਿਆ ਰਹੋ ਰਹੀ, ਕੋਈ ਲੱਗਦਾ ਸਾਨੂੰ ਕਿਸੇ ਪਿੰਡ 'ਚੋਂ ਕੋਈ ਬੰਦੇ ਜਾਗ ਰਹੇ ਨੇ, ਮੁੰਡੇ, ਯੰਗ ਮੁੰਡੇ ਕੁੜੀਆਂ ਹੁਣ ਸਰਪੰਚ ਬਣਦੇ ਨੇ, ਪੰਚ ਬਣ ਰਹੇ ਨੇ। ਉਹ ਕੁਐਸਚਨ ਕਰਦੇ ਨੇ ਜਾ ਕੇ, ਉਹ ਕਈ MLA ਨੂੰ ਮਜਬੂਰ ਵੀ ਕਰਦੇ ਨੇ ਕਿ ਭਾਈ ਸਾਡੇ ਪਿੰਡ ਆਓ, ਦੇਖੋ ਆਹ ਸਾਡੀ ਸਮੱਸਿਆ, ਆਹ ਕੰਮ ਕਰਨਾ ਚਾਹੁੰਦੇ ਹਾਂ ਅਸੀਂ। ਇੱਥੇ ਨਵਾਂ ਸ਼ਹਿਰ ਵੱਲ ਦੇਖਿਆ, ਲੋਕਾਂ ਨੇ ਪੈਟਰੋਲ ਪੰਪ ਲਾਇਆ ਪਿੰਡ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਬੇਸ ਦੇ ਉੱਪਰ, ਤੇ ਹੋਰ ਵੀ ਕਈ ਸਾਡੇ ਇੱਥੇ ਪਟਿਆਲੇ 'ਚ ਵੀ ਹੈ, ਫਤਿਹਗੜ੍ਹ ਸਾਹਿਬ 'ਚ ਵੀ ਹੈ ਜੀ। ਇਹ ਚੇਤਨਾ ਜਾਗੇਗੀ, ਮਤਲਬ ਅਜੇ ਸਲੋ ਪੇਸ ਤੇ ਹੈ। ਜਦੋਂ ਕਹਿੰਦੇ ਨੇ ਕੁਦਰਤ ਦਾ ਇੱਕ ਲਾ ਹੁੰਦਾ, ਜਦੋਂ ਬਹੁਤਾ ਹੀ ਫਿਰ ਲੋ ਕੰਮ ਹੋ ਜਾਂਦਾ ਤੇ ਕੁਦਰਤ ਫਿਰ ਗੇੜਾ ਦਿੰਦੀ ਕਈ ਵਾਰ। ਹਾਲੀ ਤੀਕਰ ਮੈਂ ਤੁਹਾਨੂੰ ਕਿਹਾ ਨਾ, ਇਹਨਾਂ ਦਾ ਗਲਬਾ ਇੰਨਾ ਤਕੜਾ ਹੋ ਗਿਆ ਸੀ ਪੋਲੀਟੀਸ਼ੀਅਨਸ ਦਾ ਜਾਂ ਤਕੜੇ ਬੰਦਿਆਂ ਦਾ, ਉਸ ਕਰਕੇ ਉਹ ਵਾਇਸ ਨੂੰ ਸੁਣਨਾ ਨਹੀਂ ਚਾਹੁੰਦੇ ਜੀ। ਜਨ ਚੇਤਨਾ ਜਾਗੇਗੀ, ਜਨ ਚੇਤਨਾ ਜਾਗਣਾ ਹੀ ਇੱਕ ਤਰ੍ਹਾਂ ਦਾ ਪ੍ਰਕਿਰਿਆ ਦੇ ਵਿੱਚ ਇੱਕ ਅੱਗੇ ਸਕਾਰਾਤਮਕ ਸੋਚ ਆਏਗੀ। ਡਾਕਟਰ ਸਾਹਿਬ, ਤੁਹਾਡੀ ਗੱਲ ਦੇ ਵਿੱਚੋਂ ਹੀ ਬਹੁਤ ਵਧੀਆ ਗੱਲ ਨਿਕਲ ਆਈ ਹੈ ਕਿ ਜਿਵੇਂ ਕੁਝ ਲੋਕ ਜਾਗਣ ਲੱਗ ਪਏ ਆ, ਸਵਾਲ ਕਰਨ ਲੱਗ ਪਏ ਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਵਿਕਾਸ ਕਿਵੇਂ ਹੋਣਾ ਹੈ। ਇਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਅਸੀਂ ਵੋਟਰ ਚੁਣਦੇ ਆ ਵੋਟਾਂ ਪਾ ਕੇ, ਇਹਨਾਂ ਨੇ ਸਾਡੇ ਲਈ ਕੰਮ ਕਿਵੇਂ ਕਰਨਾ ਹੈ ਤੇ ਇਹਨਾਂ ਤੋਂ ਕਰਵਾਉਣਾ ਕਿਵੇਂ ਹੈ, ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲ ਹੈ। ਬਾਕੀ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਵੋਟਰ ਦਾ ਬਹੁਤ ਵੱਡਾ ਹੱਕ ਹੈ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਸਵਾਲ ਕਰਨਾ ਤੇ ਉਹਦੇ ਤੋਂ ਜਵਾਬ ਲੈਣਾ, ਤੇ ਅਗਲੀ ਵਾਰੀ ਜਦੋਂ ਵੋਟਾਂ ਮੰਗਣ ਆਵੇ ਤੇ ਜੇਕਰ ਉਹਨੇ ਤੁਹਾਡਾ ਨਹੀਂ ਕੰਮ ਕੀਤਾ ਤੇ ਉਹਦਾ ਸਿਰ ਨੀਵਾਂ ਹੋਣਾ ਚਾਹੀਦਾ, ਤੁਹਾਡਾ ਸਿਰ ਉੱਚਾ ਹੋਣਾ ਚਾਹੀਦਾ। ਇਹ ਗੱਲ ਪੱਕੀ ਹੈ ਕਿ ਜਦੋਂ ਪਿੰਡਾਂ ਦਾ ਵਿਕਾਸ ਹੋਏਗਾ ਉਦੋਂ ਦੇਸ਼ ਦਾ ਵਿਕਾਸ ਹੋਏਗਾ। ਔਰ ਅਸੀਂ ਪਿਛਲੇ ਸਮੇਂ ਦੇ 74 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕਰ ਵੀ ਚੁੱਕੇ ਹਾਂ, ਪਰ ਕਿਉਂਕਿ ਸਿਸਟਮ ਦੇ ਵਿੱਚ ਕੁਝ ਲੋਕ ਇਹੋ ਜਿਹੇ ਆ ਜੋ ਅੜਚਣਾ ਬਣਦੇ ਆ, ਜਿਹਦੇ ਵਿੱਚ ਅਫਸਰ ਵੀ ਆ ਜਾਂਦੇ ਆ, ਸਾਡੇ ਲੀਡਰ ਵੀ ਆ ਜਾਂਦੇ ਆ, ਕੁਝ ਦਲਾਲ ਵੀ ਆ ਜਾਂਦੇ ਆ, ਭ੍ਰਿਸ਼ਟਾਚਾਰ ਆ ਜਾਂਦਾ, ਉਹਨੂੰ ਆਪਾਂ ਪਹਿਚਾਣ ਕੇ ਉਹਨਾਂ ਨੂੰ ਵੱਖਰੇ ਕਰਨਾ ਹੈ। ਜਿਵੇਂ ਅਸੀਂ ਖੇਤਾਂ ਦੇ ਵਿੱਚੋਂ ਡੀਲਾ ਕੱਢਦੇ ਤਾਂ ਜਿਹੜੀ ਆ ਉਹ ਫਸਲ ਜਿਹੜੀ ਆ ਭਰਪੂਰ ਸਾਨੂੰ ਜਿਹੜਾ ਉਹ ਝਾੜ ਦੇਗੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਲੋਕੀ ਜਾਗਰੂਕ ਹੋਣ, ਆਪਣੇ ਹੱਕਾਂ ਬਾਰੇ ਸੋਚਣ, ਸਕੀਮਾਂ ਬਾਰੇ ਪਤਾ ਹੋਵੇ, ਔਰ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਪਿੰਡ ਦੇ ਬਿਲਕੁਲ ਨਿਵਾਈ ਵਾਲੇ ਪੈਸਾ ਬੈਠਾ ਜਿਹੜਾ ਬਿਲਕੁਲ ਨੀਵੇਂ ਪਾਸੇ ਜੋ ਬੈਠਾ ਇੱਕ ਨਾਗਰਿਕ ਹੈ, ਉਹਨੂੰ ਵੀ ਉਨਾ ਹੀ ਵਿਕਾਸ ਦਾ ਹੱਕ ਮਿਲੇ ਜਿੰਨਾ ਦਿੱਲੀ ਵਾਲੇ ਨੂੰ, ਬੰਬੇ ਵਾਲੇ ਨੂੰ, ਹੈਦਰਾਬਾਦ ਵਾਲੇ ਨੂੰ ਮਿਲਦਾ ਹੈ। ਇਹ ਆਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਾਗਰੂਕ ਹੋ ਕੇ ਵਿਕਾਸ ਵਾਲੇ ਪਾਸੇ ਅੱਗੇ ਆਵਾਂਗੇ, ਔਰ ਆਸ ਕਰਦੇ ਹਾਂ ਕਿ ਸਾਡੇ ਜੋ ਉੱਪਰਲੇ ਲੋਕ ਨੇ ਸਕੀਮਾਂ ਬਣਾਉਣ ਵਾਲੇ, ਉਹ ਵੀ ਪਿੰਡਾਂ ਨੂੰ ਧਿਆਨ ਵਿੱਚ ਰੱਖ ਕੇ ਸਕੀਮਾਂ ਬਣਾਉਣਗੇ। ਡਾਕਟਰ ਸਾਹਿਬ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਗੱਲਬਾਤ ਦਾ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ।